ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਦੀਆਂ ਸਰਬੱਤ ਸੰਗਤਾਂ ਨੇ ਮਿਲ ਕਰਕੇ ਸਤਿਗੁਰੂ ਜੀਆਂ ਦਾ ਓਟ ਆਸਰਾ ਤੱਕ ਕੇ ਪਰਸੋਂ ਰੋਜ਼ ਤੋਂ ਲੈ ਕਰਕੇ ਗੁਰਦੁਆਰਾ ਸਾਹਿਬ ਜੀਆਂ ਦੇ ਦਰਬਾਰ ਅੰਦਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਜਾਪ ਪ੍ਰਾਰੰਭ ਕਰਵਾਏ ਸਨ। ਇਸ ਵਕਤ ਸੰਪੂਰਨਤਾ ਹੋਈ ਹੈ, ਭੋਗ ਪਾਏ ਗਏ ਨੇ। ਉਪਰੰਤ ਅਰਦਾਸ ਬੇਨਤੀਆਂ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਪਾਸ ਹੋਏ ਕਰ ਜੋੜ ਬੇਨਤੀਆਂ ਕੀਤੀਆਂ ਨੇ। ਸਤਿਗੁਰੂ ਕਿਰਪਾ ਕਰੇ, ਸਭਨਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰੇ। ਆਓ ਆਪਾਂ ਅੱਜ ਸਾਹਿਬ ਕਮਾਲ ਧੰਨ ਧੰਨ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਰਬੰਸ ਦਾਨੀ ਪਿਤਾ ਉੱਚ ਦੇ ਪੀਰ ਕਲਮ ਦੇ ਧਨੀ ਮਿਰਤਕਾਂ ਨੂੰ ਜੀਵਾਲਣ ਹਾਰ ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਦੇ ਪ੍ਰਕਾਸ਼ ਪੁਰਬ ਆਗਮਨ ਪੁਰਬ ਨੂੰ ਮੁੱਖ ਰੱਖ ਕਰਕੇ ਸਰਬੱਤ ਸੰਗਤਾਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਵਡਿਆਈ ਕਰਨ ਤੋਂ ਪਹਿਲਾਂ, ਸਤਿਗੁਰੂ ਜੀਆਂ ਦੀ ਸਿਫਤ ਕਰਨ ਤੋਂ ਪਹਿਲਾਂ ਆਪਾਂ ਆਪਣੇ ਮਨ ਨੂੰ ਤਨ ਨੂੰ ਪਵਿੱਤਰ ਕਰੀਏ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਸਤਿਗੁਰੂ ਜੀਆਂ ਦੇ ਚਰਨਾਂ ਅੰਦਰ ਅਰਦਾਸ ਕਰੀਏ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਅਸੀਂ ਤੇਰੀ ਵਡਿਆਈ ਕਰਨ ਦੇ ਸਮਰੱਥ ਨਹੀਂ, ਤੇਰੀ ਸਿਫਤ ਕਰਨ ਦੇ ਕਾਬਿਲ ਅਜੇ ਨਹੀਂ ਬਣੇ। ਤੂੰ ਆਪ ਹੀ ਕਿਰਪਾ ਕਰ, ਆਪ ਹੀ ਸਾਡੇ ਜੀਵਾਂ ਅੰਦਰ ਵਸ ਕਰਕੇ ਆਪ ਹੀ ਰਸਨਾ ਤੋਂ ਆਪਣੀ ਵਡਿਆਈ ਸਿਫਤ ਦੇ ਦੋ ਬੋਲ ਆਪ ਕਰਵਾ ਲੈ। ਬੜੇ ਪਿਆਰ ਦੇ ਨਾਲ ਇਕਾਗਰ ਚਿਤ ਹੋ ਕਰਕੇ ਸਰਬੱਤ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਗੋਦੀ ਦਾ ਆਨੰਦ ਮਾਣਦਿਆਂ ਹੋਇਆਂ ਨਿੱਘ ਮਾਣਦਿਆਂ ਹੋਇਆਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਰੋ ਜੀ ਉਚਾਰਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਅਵਤਾਰ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਹੁੰਦਾ ਹੈ। ਪਟਨਾ ਸਾਹਿਬ ਦਾ ਪਹਿਲਾ ਨਾਮ ਪਾਟਲੀ ਪੁੱਤਰ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਅਵਤਾਰ ਪੋਹ ਸੁਦੀ ਕਹਿ ਲਈਏ 7 ਸੰਮਤ 1723 ਬਿਕਰਮੀ 22 ਦਸੰਬਰ 1666 ਈਸਵੀ ਨੂੰ ਸਤਿਗੁਰੂ ਜੀ ਆਪਣਾ ਪ੍ਰਕਾਸ਼ ਧਾਰਨਾ ਕਰਦੇ ਨੇ। ਮਾਤਾ ਮਾਂ ਗੁਜਰ ਕੌਰ ਜੀ, ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਆਓ ਆਪਾਂ ਸਤਿਗੁਰੂ ਜੀਆਂ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਗੁਰਬਾਣੀ ਜੋ ਦਸਮ ਗ੍ਰੰਥ ਅੰਦਰ ਸਤਿਗੁਰੂ ਜੀਆਂ ਦੀ ਪਾਵਨ ਰਸਨਾ ਦੇ ਨਾਲ ਦਰਜ ਹੈ। ਕੋਈ ਵੀ ਦੁਨੀਆ ਦੇ ਉੱਪਰ ਐਸਾ ਅਵਤਾਰ ਜਾਂ ਵਲੀ ਨਹੀਂ ਹੋਇਆ ਜਿਨੇ ਆਪਣੀ ਕਥਾ ਆਪ ਬਿਆਨ ਕੀਤੀ ਹੋਵੇ। ਕੋਈ ਅਵਤਾਰ ਐਸਾ ਨਹੀਂ ਜਿਹੜਾ ਆਪਣੀ ਜ਼ਿੰਦਗੀ ਦੀ ਕਥਾ ਆਪ ਉਚਾਰਨ ਕਰਦਾ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਕਥਾ ਆਪ ਲਿਖਦੇ ਨੇ। ਕਿਵੇਂ ਸਤਿਗੁਰੂ ਜੀਆਂ ਨੇ ਆਪਣਾ ਜਨਮ ਧਾਰਨਾ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਇਸ ਧਰਤੀ ਦੇ ਉੱਪਰ ਆਉਣ ਦੀ ਲੋੜ ਕਿਉਂ ਪਈ? ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ? ਇਹਦੇ ਮਗਰ ਵੀ ਕੁਝ ਕਾਰਨ ਨੇ। ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀਆਂ ਦੀ ਗੁਰਬਾਣੀ ਜੋ ਸਤਿਗੁਰੂ ਜੀਆਂ ਦੀ ਵਾਰਤਾਲਾਪ ਹੁੰਦੀ ਹੈ ਪਰਮਾਤਮਾ ਪਰਮੇਸ਼ਰ ਦੇ ਨਾਲ,
ਸੁਣਨਾ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਿੱਤਰ ਨਾਟਕ ਦੇ ਅੰਦਰ ਆਪ ਕਿਰਪਾ ਕਰਦੇ ਨੇ। ਆਪ ਮੈਂ ਆਪਣੀ ਕਥਾ ਬਖਾਨਾ ਤਪ ਸਾਧਤ ਜਿਹ ਬਿਦ ਮੁਹਿਆਨੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਕਥਾ ਦਾ ਵਿਖਿਆਨ ਆਪ ਕਰਦੇ ਨੇ। ਹੇਮਕੁੰਟ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੱਥੇ ਹੇਮਕੁੰਟ ਦਾ ਪਰਬਤ ਹੈ, ਸਬਤ ਸ੍ਰਿੰਗ ਤੋਂ ਭਾਵ 7 ਚੋਟੀਆਂ ਜਿਹੜੀਆਂ ਨੇ ਬਰਫ਼ ਦੀਆਂ, ਉਹ ਪਹਾੜਾਂ ਨੂੰ ਛੂੰਹਦੀਆਂ ਨੇ। ਸਬਤ ਸ੍ਰਿੰਗ ਤੈ ਨਾਮ ਕਹਾਵਾ। 7 ਚੋਟੀਆਂ ਵਾਲਾ ਜਿਹੜਾ ਪਹਾੜ ਹੈ, ਪੰਡ ਰਾਜ ਜੈ ਜੋ ਕਮਾਵਾ। ਕੁਝ ਸਮਾਂ ਪਹਿਲਾਂ ਪਾਂਡਵਾਂ ਨੇ ਆਣ ਕਰਕੇ ਇੱਥੇ ਯੋਗ ਕਰਨਾ ਕੀਤਾ ਹੈ, ਪਰ ਇੰਨੀ ਭਾਰੀ ਬਰਫ਼ ਪੈਣ ਦੇ ਕਰਕੇ ਬਰਫ਼ ਦੇ ਵਿੱਚ ਜਿਹੜੇ ਨੇ ਉਹ ਗਲ ਗਏ। ਯੋਗ ਸਿੱਧ ਦੇ ਅੰਦਰ ਪੂਰਨ ਤੌਰ ਦੇ ਉੱਪਰ ਜਿਹੜਾ ਪ੍ਰਤੱਖ ਨਹੀਂ ਉਤਰ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਤਹਿ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਅਸੀਂ ਕਠੋਰ ਰੂਪ ਦੇ ਅੰਦਰ ਤਪੱਸਿਆ ਕੀਤੀ ਹੈ। ਸਤਿਗੁਰੂ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕੀਤਾ ਹੈ, ਧਿਆਉਣਾ ਕੀਤਾ ਹੈ, ਬੰਦਗੀ ਕੀਤੀ ਹੈ। ਇਹ ਬਿਦ ਕਰਤ ਤਪੱਸਿਆ ਭਇਓ ਦ્વੈਤੇ ਏਕ ਰੂਪ ਹੋਏ ਗਇਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਸਦੇ ਨੇ ਕਿ ਅਸੀਂ ਤਪੱਸਿਆ ਕਰਦੇ ਕਰਦੇ ਉਸ ਪਰਮੇਸ਼ਰ ਦੀ ਯਾਦ ਦੇ ਅੰਦਰ ਇੰਨੇ ਇਕਮਿਕ ਹੋ ਗਏ, ਜਿਵੇਂ ਆਪਾਂ ਸਤਿਗੁਰੂ ਜੀਆਂ ਦੇ ਸ਼ਬਦ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਸੂਰਜ ਦੀਆਂ ਕਿਰਨਾਂ ਮਿਲ ਜਾਂਦੀਆਂ ਨੇ ਨਾ ਜਾ ਕਰਕੇ ਸੂਰਜ ਵਿੱਚ ਹੀ, ਜਿਵੇਂ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਅਸੀਂ ਪ੍ਰਮਾਤਮਾ ਦੀ ਬੰਦਗੀ ਕਰਦਿਆਂ ਹੋਇਆਂ ਇਕਮਿਕ ਹੋ ਗਏ, ਦ્વੈਤੇ ਏਕ ਰੂਪ ਹੋ ਗਇਓ। ਹੁਣ ਸਾਡੇ ਅੰਦਰ ਤੇ ਪ੍ਰਮਾਤਮਾ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਭਿੰਨਤਾ, ਕੋਈ ਭੇਦ ਨਹੀਂ। ਅਸੀਂ ਇੱਕ ਰੂਪ ਹੋ ਚੁੱਕੇ ਹਾਂ। ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮਾਤਾ ਜੀ ਪਿਤਾ ਜੀ ਬਾਰੇ ਦੱਸਦੇ ਨੇ। ਆਓ ਆਪਾਂ ਹੁਣ ਝਾਤ ਮਾਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਮਾਤਾ ਗੁਜਰ ਕੌਰ ਜੀ। ਬੰਦਗੀ ਕਿੰਨੀ ਹੈ, ਤਪ ਕਿੰਨਾ ਹੈ। ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਬਚਨ ਹੈ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਉਹ ਧਰਤੀ ਜਿਹੜੀ ਹੈ ਹਰੀ ਭਰੀ ਹੋ ਜਾਂਦੀ ਹੈ, ਭਾਗਾਂ ਵਾਲੀ ਹੋ ਜਾਂਦੀ ਹੈ, ਜਿੱਥੇ ਗੁਰੂ ਆਪਣੇ ਚਰਨ ਪਾਉਂਦਾ ਹੈ। ਪਟਨਾ ਸਾਹਿਬ ਦੀ ਧਰਤੀ ਪਵਿੱਤਰ ਹੈ, ਭਾਗਾਂ ਵਾਲੀ ਹੈ। ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਜੰਤ, ਉਹ ਜੀਵ ਵੀ ਹਰੇ ਭਰੇ ਹੋ ਜਾਂਦੇ ਨੇ, ਖਿੜ ਜਾਂਦੇ ਨੇ, ਜਿਨ੍ਹਾਂ ਨਾ ਗੁਰੂ ਦਾ ਪ੍ਰਤੱਖ ਦਰਸ਼ਨ ਕੀਤਾ ਹੈ। ਅੱਗੇ ਗੁਰੂ ਮਹਾਰਾਜ ਜੀ ਦੱਸਦੇ ਨੇ, ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ। ਧੰਨ ਧੰਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇੰਨੀ ਬੰਦਗੀ ਪ੍ਰਮਾਤਮਾ ਦੀ ਲੀਨਤਾ ਦੇ ਨਾਲ ਇੱਕ ਰੂਪ ਇੱਕ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਾਵੀਂ ਜੋਤ ਹੈ। ਭੋਰੇ ਦੇ ਅੰਦਰ ਬਾਬੇ ਬਕਾਲੇ ਦੇ ਅੰਦਰ ਬੈਠ ਕਰਕੇ ਭਗਤੀ ਕਰਦੇ ਨੇ, ਪ੍ਰਮਾਤਮਾ ਦੇ ਦਰਸ਼ਨ ਦੀਦਾਰ ਨੇ। ਪ੍ਰਮਾਤਮਾ ਵਾਹਿਗੁਰੂ ਦਾ ਪ੍ਰਤੱਖ ਰੂਪ ਨੇ। ਉਧਰ ਮਾਤਾ ਧੰਨ ਧੰਨ ਜਨਨੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸੁਪਤਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮਾਤਾ ਗੁਜਰ ਕੌਰ ਜੀ ਯੋਗ ਸਿੱਧਤਾ ਦੇ ਬਹੁਤ ਧਨੀ ਨੇ। ਪਰਮਾਤਮਾ ਦੇ ਨਾਲ ਭਗਤੀ ਕਰਦਿਆਂ ਉਹਨਾਂ ਨੂੰ ਯੋਗ ਸਿੱਧਤਾ ਦਾ ਜਿਹੜਾ ਆਰੰਭਿਕ ਜੀਵਨ ਹੈ ਇੱਥੋਂ ਹੀ ਪ੍ਰਾਪਤ ਹੋਇਆ। ਤਾਤ ਮਾਤ ਮੁਰ ਅਰਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ। ਮਾਤਾ ਜੀ ਦੀ ਵੀ ਬੰਦਗੀ ਓਨੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਬਕਾਲੇ ਤੋਂ ਲੈ ਕਰਕੇ ਜਿੰਨਾ ਤੱਕ ਦਿੱਲੀ ਦੇ ਅੰਦਰ ਤੱਕ ਸਫ਼ਰ ਹੈ, ਮਾਤਾ ਗੁਜਰ ਕੌਰ ਜੀਆਂ ਨੇ ਹੁਕਮ ਦੇ ਅੰਦਰ ਚੱਲ ਕਰਕੇ ਪਰਮੇਸ਼ਰ ਪਤੀ ਨੂੰ ਸਮਝ ਕਰਕੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਜ਼ਿੰਦਗੀ ਨੂੰ ਬਤੀਤ ਕੀਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਤਾ ਗੁਜਰ ਕੌਰ ਜੀਆਂ ਦੀ ਹੁਣ ਕਿਉਂਕਿ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਨਮ ਧਾਰਨ ਕਰਨਾ ਹੈ, ਜਿਨੇ ਸਵਾ ਲੱਖ ਦੇ ਨਾਲ ਆਪਣੇ ਇੱਕ ਸਿੰਘ ਨੂੰ ਲੜਾਉਣਾ ਹੈ, ਜਿਨੇ ਗਿੱਜੜਾਂ ਤਾਈਂ ਬਾਦ ਬਣਾਉਣੇ ਨੇ। ਪਰ ਦੇਖੀਏ ਕਿ ਉਸ ਕੁੱਖ ਨੂੰ ਪੈਦਾ ਕਰਨ ਵਾਸਤੇ ਟਾਈਮ ਕਿੰਨਾ ਲੱਗਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮਾਤਾ ਗੁਜਰ ਕੌਰ ਜੀ ਤਕਰੀਬਨ 34-35 ਸਾਲ ਹੋ ਚੁੱਕੇ ਨੇ ਬੰਦਗੀ ਕਰਦਿਆਂ ਨੂੰ। ਅਖੀਰ ਹੁਣ ਆਣ ਕਰਕੇ ਪ੍ਰਮਾਤਮਾ ਨੇ ਸੁਣੀ ਹੈ, ਕੁੱਖ ਜਿਹੜੀ ਹੈ ਹੁਣ ਆਣ ਕਰਕੇ ਹਰੀ ਹੋ ਚੁੱਕੀ ਹੈ। ਕਿਉਂਕਿ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣਾ ਪ੍ਰਕਾਸ਼ ਧਾਰਨ ਕਰਨਾ ਹੈ, ਉਹ ਬੰਦਗੀ ਦੇ ਨਾਲ ਉਹ ਜਿਹੜੀ ਕੁੱਖ ਨੂੰ ਭਾਗ ਲੱਗ ਚੁੱਕੇ ਨੇ। ਸਤਿਗੁਰੂ ਆਪ ਕਿਰਪਾ ਕਰਦੇ ਨੇ। ਤਾਤ ਮਾਤ ਮੁਰ ਅਰਖ ਅਰਾਧਾ, ਬਹੁ-ਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਅਲਖ ਪ੍ਰਮਾਤਮਾ ਵਾਹਿਗੁਰੂ ਜਿਹੜਾ ਲਿਖਿਆ ਨਹੀਂ ਜਾ ਸਕਦਾ, ਐਸੇ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਕੀਤੀ ਹੈ ਮੇਰੇ ਮਾਤਾ ਪਿਤਾ ਨੇ। ਪ੍ਰਮਾਤਮਾ ਦੀ ਭਗਤੀ ਕੀਤੀ ਹੈ, ਤਾਤੇ ਭਏ ਪ੍ਰਸੰਨ ਗੁਰਦੇਵਾ। ਫਿਰ ਪਰਮੇਸ਼ਰ ਵਾਹਿਗੁਰੂ ਪ੍ਰਸੰਨ ਹੋਏ ਨੇ। ਤਿੰਨ ਪ੍ਰਭ ਜਬ ਆਏ ਸਮੋਹਿ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬੇਨਤੀ ਕੀਤੀ ਹੈ ਪ੍ਰਮਾਤਮਾ ਨੂੰ ਕਿ ਹੇ ਪ੍ਰਮਾਤਮਾ ਵਾਹਿਗੁਰੂ, ਹੁਣ ਮੇਰੇ ਘਰ ਦੇ ਅੰਦਰ ਵੀ ਖੇੜਾ ਆਵੇ, ਭਾਗ ਆਵੇ, ਤਬ ਹਮ ਜਨਮ ਕਲੂ ਮੈਂ ਲਿਆ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਅਸੀਂ ਆਪਣਾ ਪ੍ਰਕਾਸ਼ ਧਾਰਨਾ ਕੀਤਾ। ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਚੇਤਨਾ ਭਇਓ ਹਮਰੋ ਆਵਣ ਕਹਿ। ਕਹਿੰਦੇ ਸਾਡਾ ਚਿੱਤ ਨਹੀਂ ਸੀ ਕਰਦਾ ਇਸ ਮਾਤ ਲੋਕ ਦੇ ਉੱਪਰ ਆਣ ਕਰਕੇ ਪ੍ਰਕਾਸ਼ ਧਾਰਨ ਦਾ। ਕਿਉਂ? ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡੀ ਜਿਹੜੀ ਸੁਰਤ ਹੈ ਨਾ, ਅਸੀਂ ਲੀਨ ਹੋ ਚੁੱਕੇ ਸੀ ਪ੍ਰਮਾਤਮਾ ਦੇ ਚਰਨਾਂ ਅੰਦਰ। ਪਰ ਪ੍ਰਮਾਤਮਾ ਦਾ ਹੁਕਮ ਹੈ ਕਿ ਤੈਨੂੰ ਪ੍ਰਕਾਸ਼ ਧਾਰ ਕੇ ਜਾਣਾ ਪਵੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਪ੍ਰਮਾਤਮਾ ਨੇ ਸਾਨੂੰ ਸਮਝਾਉਣਾ ਕੀਤਾ, ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਦੱਸਣਾ ਕੀਤਾ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਨੇ, ਪ੍ਰਮਾਤਮਾ ਦੇ ਨਾਲ ਵਾਰਤਾਲਾਪ ਹੁੰਦੀ ਹੈ ਕਿ ਪਹਿਲੇ ਸਮੇਂ ਦੇ ਅੰਦਰ ਕੈਸਾ ਪ੍ਰਭਾਵ ਸੀ ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਿਉਂ ਆਉਣਾ ਪਿਆ। ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਦੈਤ ਰਚੇ ਦੁਸ਼ਟ ਦੁਖਦਾਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਪ੍ਰਮਾਤਮਾ ਜੀ ਕਹਿ ਰਹੇ ਨੇ ਅਸੀਂ ਧਰਤੀ ਦੇ ਉੱਪਰ ਕਈ ਅਵਤਾਰ ਵੀ ਭੇਜੇ ਨਾ, ਕਈ ਦੈਂਤ ਭੇਜੇ। ਉਹਨਾਂ ਨੇ ਜਾ ਕਰਕੇ ਕੀ ਕੀਤਾ ਹੈ ਕਿ ਤੇ ਭੁਜ ਬਲ ਬਵਰੇ ਹੋਏ ਗਏ, ਪੂਜਤ ਬ੍ਰਹਮ ਪੁਰਖ ਰਹਿ ਗਏ। ਉਹ ਆਪਣੇ ਬਲ ਦੇ ਅੰਦਰ ਬੜੀਆਂ ਦੇ ਵਿੱਚ ਜਿਹੜੇ ਨੇ ਉਹ ਬਵਰੇ ਹੋ ਗਏ, ਕਮਲੇ ਹੋ ਗਏ। ਤੇ ਜਿਹੜੇ ਪ੍ਰਮਾਤਮਾ ਪੁਰਖ ਨੂੰ ਪੂਜਣ ਵਾਸਤੇ ਭੇਜੇ ਸਨ, ਪੂਜਤ ਪਰਮ ਪੁਰਖ ਰਹਿ ਗਏ। ਉਸ ਵਾਹਿਗੁਰੂ ਨਿਰੰਕਾਰ ਦੀ ਬੰਦਗੀ ਕਰਨ ਤੋਂ ਜਿਹੜੇ ਵਾਂਝੇ ਹੀ ਰਹਿ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਪ੍ਰਮਾਤਮਾ ਦੱਸਦਾ ਹੈ ਕਿ ਹਮ ਤਨਕ ਮੋ ਖਾਪੇ ਤਿਨ ਕੀ ਠੌਰ ਦੇਵਤਾ ਥਾਪੇ। ਫਿਰ ਦੈਂਤਾਂ ਤੋਂ ਬਾਅਦ ਸੋਚਿਆ ਕਿ ਹੁਣ ਦੇਵਤੇ ਲੋਕ ਜਿਹੜੇ ਮਾਤ ਲੋਕ ਦੇ ਉੱਪਰ ਭੇਜਣੇ ਚਾਹੀਦੇ ਨੇ। ਫਿਰ ਜਦੋਂ ਦੇਵਤਿਆਂ ਦਾ ਅਵਤਾਰ ਹੁੰਦਾ ਹੈ ਤੇ ਵੀ ਬਲ ਪੂਜਾ ਉਰਝਾਏ, ਆਪਣ ਹੀ ਪਰਮੇਸ਼ਰ ਕਹਾਏ। ਦੇਵਤੇ ਲੋਕਾਂ ਨੇ ਆਣ ਕਰਕੇ ਕੀ ਕੀਤਾ ਹੈ ਕਿ ਪ੍ਰਮਾਤਮਾ ਦੀ ਬੰਦਗੀ ਕਰਨੀ ਸੀ ਤੇ ਲੋਕਾਂ ਨੂੰ ਕਰਵਾਉਣੀ ਸੀ। ਪਰ ਆਣ ਕਰਕੇ ਪ੍ਰਮਾਤਮਾ ਦੇ ਕੋਲੋਂ ਬਲ ਲੈ ਕਰਕੇ, ਪ੍ਰਮਾਤਮਾ ਦੇ ਕੋਲੋਂ ਤਾਕਤ ਲੈ ਕਰਕੇ ਕੀ ਕੀਤਾ ਕਿ ਆਪਣੀ ਬੰਦਗੀ ਕਰਵਾਉਣ ਲੱਗ ਪਏ। ਆਪਣੇ ਆਪ ਨੂੰ ਹੀ ਪਰਮੇਸ਼ਰ ਰੱਬ ਕਹਾਉਣ ਲੱਗ ਪਏ। ਸਤਿਗੁਰੂ ਕਹਿੰਦੇ ਨੇ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਨਾ। ਬ੍ਰਹਮਾ ਵਰਗੇ ਆਣ ਕਰਕੇ ਆਪਣੇ ਆਪ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਕਹਾਉਣ ਲੱਗ ਗਏ। ਪਰ ਸਤਿਗੁਰੂ ਜੀ ਕਹਿੰਦੇ ਨੇ ਆਪਣ ਹੀ ਪ੍ਰਭ ਕੋ ਪ੍ਰਭ ਨਾ ਕਿਨਹੂ ਪਛਾਨਾ। ਪਰ ਪ੍ਰਮਾਤਮਾ ਨੂੰ ਕਿਸੇ ਨੇ ਜਾਣਿਆ ਨਹੀਂ, ਪ੍ਰਮਾਤਮਾ ਦੀ ਕਿਸੇ ਨੇ ਵੀ ਬੰਦਗੀ ਨਹੀਂ ਕੀਤੀ। ਪਰਮ ਤਤ ਕੋ ਜਿਨ ਨਾ ਪਛਾਨਾ, ਤਿਨ ਕਰ ਈਸ਼ਰ ਤਿਨ ਕਹੁ ਮਾਨਾ। ਉਸ ਪ੍ਰਮਾਤਮਾ ਦਾ ਹੁਕਮ ਮੰਨ ਕਰਕੇ, ਪ੍ਰਮਾਤਮਾ ਕੋਲੋਂ ਜੋ ਵਰਦਾਨ ਲੈ ਕਰਕੇ ਆਏ ਸਨ, ਉਸ ਵਰਦਾਨ ਨੂੰ ਭੁੱਲ ਕਰਕੇ ਆਪਣੀ ਪੂਜਾ ਦੇ ਵਿੱਚ ਉਲਝਾ ਲਿਆ। ਆਪਣੀ ਹੀ ਬੰਦਗੀ ਕਰਾਉਣ ਲੱਗ, ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗੇ। ਐਸੇ ਵਲੀ ਅਵਤਾਰ ਜਿਹੜੇ ਨੇ ਬਹੁਤ ਧਰਤੀ ਦੇ ਉੱਪਰ ਪਰਮੇਸ਼ਰ ਵਾਹਿਗੁਰੂ ਜੀ ਦੱਸਦੇ ਨੇ। ਮੈਂ ਸਮੇਂ ਦੇ ਮੁਤਾਬਕ ਜਿਵੇਂ ਜਿਵੇਂ ਧਰਤੀ ਦੇ ਲੋਕਾਂ ਨੇ ਪੁਕਾਰ ਕੀਤੀ ਹੈ, ਉਸ ਸਮੇਂ ਦੇ ਮੁਤਾਬਕ ਇੱਥੇ ਅਵਤਾਰ ਭੇਜੇ ਨੇ ਪ੍ਰਮਾਤਮਾ ਨੇ। ਪਰ ਉਹਨਾਂ ਅਵਤਾਰਾਂ ਨੇ ਆਣ ਕਰਕੇ ਆਪਣੀ ਬੰਦਗੀ ਕਰਾਈ,
ਆਪਣੇ ਆਪ ਨੂੰ ਪਰਮੇਸ਼ਰ ਕਹਾਇਆ ਹੈ। ਸਤਿਗੁਰੂ ਅੱਗੇ ਕਿਰਪਾ ਕਰਦੇ ਸਾਜਾ ਸਭ ਤੇ ਆਪਣਾ ਨਾਮ ਜਪਾਇਓ, ਸਤਨਾਮ ਕਾਹੂ ਨਾ ਦ੍ਰਿੜਾਇਓ। ਪਰਮੇਸ਼ਰ ਵਾਹਿਗੁਰੂ ਕਹਿੰਦੇ ਨੇ ਸਾਰਿਆਂ ਨੇ ਆਪਣਾ ਆਪਣਾ ਨਾਮ ਜਪਾਇਆ। ਹੁਣ ਜਿਹੜਾ ਕਿਸੇ ਉੱਚੀ ਅਵਸਥਾ ਦੇ ਉੱਪਰ ਬੈਠ ਜਾਵੇ, ਜਿਹੜਾ ਆਪਣੇ ਆਪ ਨੂੰ ਵੱਡਾ ਕਹਿਲਾਉਣ ਲੱਗ ਪਵੇ ਨਾ, ਜਿਹਦੇ ਕੋਲ ਧਨ ਰੂਪ ਜ਼ਿਆਦਾ ਆ ਜਾਵੇ, ਉਹ ਫਿਰ ਕਹਿੰਦਾ ਜੀ ਮੈਂ ਹੀ ਪਰਮੇਸ਼ਰ ਆ, ਮੇਰੇ ਤੋਂ ਬਿਨਾਂ ਹੋਰ ਕੋਈ ਰੱਬ ਨਹੀਂ। ਰੱਬ ਨੂੰ ਯਾਦ ਹੀ ਨਹੀਂ ਰੱਖਦਾ, ਰੱਬ ਜਿਹੜਾ ਭੁੱਲ ਜਾਂਦਾ ਹੈ। ਸਤਿਗੁਰ ਕਹਿੰਦੇ ਨੇ ਸਤਨਾਮ ਕਾਹੂ ਨਾ ਦ੍ਰਿੜਾਇਓ। ਜਿਹੜਾ ਸੱਚਾ ਨਾਮ ਸੀ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ, ਉਹਨੂੰ ਕਿਸੇ ਨੇ ਜਪਿਆ ਨਹੀਂ, ਕਿਸੇ ਨੇ ਦ੍ਰਿੜਾਉਣਾ ਨਹੀਂ ਕੀਤਾ। ਸਤਿਗੁਰੂ ਫਿਰ ਕਹਿੰਦੇ ਨੇ ਸਭ ਆਪਣੀ ਆਪਣੀ ਉਰਜਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਸਾਰੇ ਆਪਣੀ ਆਪਣੀ ਉਰਜਨਾ ਦੇ ਵਿੱਚ ਲੱਗੇ ਹੋਏ ਨੇ, ਪ੍ਰਮਾਤਮਾ ਨੂੰ ਕਿਸੇ ਨੇ ਨਾ ਪਛਾਣਿਆ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਉਪਦੇਸ਼ ਦਿੰਦੇ ਨੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਿਰਪਾ ਕਰਦੇ ਨੇ ਪਰਮੇਸ਼ਰ ਵਾਹਿਗੁਰੂ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਬਹੁ ਸਾਜਾ। ਪਰਮੇਸ਼ਰ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਹਿਣ ਲੱਗੇ ਹੁਣ ਮੈਂ ਆਪਣਾ ਸੁਤ, ਆਪਣਾ ਪੁੱਤਰ ਜਿਹੜਾ ਹੈ ਤੈਨੂੰ ਧਾਰਿਆ ਹੈ। ਹੁਣ ਜਿਹੜਾ ਪੁੱਤਰ ਹੁੰਦਾ ਹੈ ਨਾ, ਪਿਤਾ ਦੀ ਜਿੰਨੀ ਮਰਜ਼ੀ ਦਾਤ ਹੋਵੇ, ਪੁੱਤਰ ਜਿਹੜਾ ਉਹ ਮਾਲਕ ਬਣ ਜਾਂਦਾ ਹੈ। ਪਰਮੇਸ਼ਰ ਪਰਮਾਤਮਾ ਦੇ ਕੋਲ ਜਿੰਨੀਆਂ ਵੀ ਤਾਕਤਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਆਪਣਾ ਸੁਤ ਨਿਵਾਜਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਕੋਲ ਉਹ ਸਾਰੀਆਂ ਤਾਕਤਾਂ ਪਰਮੇਸ਼ਰ ਵੱਲੋਂ ਸੌਂਪੀਆਂ ਜਾਂਦੀਆਂ ਨੇ। ਪੰਥ ਪ੍ਰਚਰ ਕਰਬੇ ਬਹੁ ਸਾਜਾ, ਜਾਹੇ ਤਹਾਂ ਤੈ ਧਰਮ ਚਲਾਏ। ਪਰਮੇਸ਼ਰ ਵਾਹਿਗੁਰੂ ਕਹਿਣ ਲੱਗੇ ਨੇ ਐਸੇ ਖਾਲਸੇ ਪੰਥ ਦੀ ਸਿਰਜਣਾ ਕਰਨੀ ਹੈ, ਕਬੋਧ ਕਰਨ ਤੇ ਲੋਕ ਹਟਾਏ। ਜਿਹੜੇ ਲੋਕ ਵਿਕਾਰਾਂ ਦੇ ਵਿੱਚ ਪਏ ਨੇ, ਜਿਹੜੇ ਲੋਕ ਹਉਮੈ ਦਾ ਘਮੰਡ ਕਰਦੇ ਨੇ, ਜਾਂ ਜਿਹੜੇ ਲੋਕ ਜ਼ੁਲਮਾਂ ਦੀ ਹੱਦ ਨੂੰ ਪਾਰ ਕਰ ਚੁੱਕੇ ਨੇ, ਉਹਨਾਂ ਨੂੰ ਹਟਾਉਣਾ ਹੈ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੋਂ ਕਿਰਪਾ ਕਰਦੇ ਨੇ, ਠਾਂਡ ਭਇਓ ਮੈਂ ਜੋਰ ਕਰ। ਫਿਰ ਦੋਵੇਂ ਹੱਥ ਜੋੜ ਕਰਕੇ ਪਰਮੇਸ਼ਰ ਵਾਹਿਗੁਰੂ ਅੱਗੇ ਬੇਨਤੀ ਕਰਦੇ ਨੇ, ਬਚਨ ਕਹਾ ਸਿਰ ਨਿਆਏ, ਬਚਨ ਕਰਦੇ ਨੇ ਹੇ ਪ੍ਰਮਾਤਮਾ ਵਾਹਿਗੁਰੂ, ਠੀਕ ਹੈ ਮੈਂ ਪੰਥ ਦੀ ਸਿਰਜਣਾ ਕਰ ਸਕਦਾ ਹਾਂ, ਪਰ ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਪੰਥ ਤਾਂ ਹੀ ਚੱਲ ਸਕਦਾ ਹੈ ਪ੍ਰਮਾਤਮਾ ਵਾਹਿਗੁਰੂ ਜੇ ਤੁਸੀਂ ਸਹਾਇਤਾ ਕਰੋ, ਤੁਸੀਂ ਕਿਰਪਾ ਕਰੋ, ਤੁਸੀਂ ਮਿਹਰਾਂ ਕਰੋ, ਤਾਂ ਜਿਹੜਾ ਪੰਥ ਦੀ ਤੁਸੀਂ ਗੱਲ ਕਰਦੇ ਹੋ ਫਿਰ ਉਹ ਪੰਥ ਦੀ ਸਿਰਜਣਾ ਹੋ ਸਕਦੀ ਹੈ। ਇਹ ਵਿਚਾਰਾਂ ਹੁੰਦੀਆਂ ਨੇ, ਇਨ ਕਾਰਨ ਪ੍ਰਭ ਮੋਹਿ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਇਸ ਮਾਤ ਲੋਕ ਦੇ ਉੱਪਰ ਆਪਣਾ ਪ੍ਰਕਾਸ਼ ਧਾਰਨ ਕਰਨਾ ਪਿਆ। ਜਿਮ ਤਿਨ ਕਹੀ ਤਿਨੈ ਤਿਮ ਕਹਿਓ, ਔਰ ਕਿਸੂ ਤੇ ਬੈਰ ਨਾ ਕਹਿਓ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਜਿਵੇਂ ਪ੍ਰਮਾਤਮਾ ਨੇ ਕਿਹਾ ਮੈਂ ਤੇ ਉਵੇਂ ਉਵੇਂ ਕਰਨਾ, ਮੈਂ ਕਿਸੇ ਨਾਲ ਵੈਰ ਥੋੜੀ ਪਾਉਣਾ। ਜਿਵੇਂ ਮੈਨੂੰ ਪ੍ਰਮਾਤਮਾ ਨੇ ਹੁਕਮ ਕੀਤਾ ਹੈ, ਪਰਮਾਤਮਾ ਦੀ ਰਜ਼ਾ ਦੇ ਅੰਦਰ ਰਹਿ ਕਰਕੇ ਉਸੇ ਤਰ੍ਹਾਂ ਹੀ ਪਰਮਾਤਮਾ ਦਾ ਬਚਨ ਮੰਨ ਕਰਕੇ ਮੈਂ ਕਾਰਜ ਕਰਨੇ ਨੇ, ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਨਾ। ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਜਿੰਨੇ ਪਹਿਲਾਂ ਆਏ ਨੇ, ਪਰਮਾਤਮਾ ਨੇ ਦੱਸਿਆ ਹੈ ਕਿ ਸਾਰੇ ਆਪਣੀ ਆਪਣੀ ਪੂਜਾ ਕਰਵਾਉਂਦੇ ਨੇ। ਇੱਕ ਰੂਪ ਹੋ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸਾਨੂੰ ਪਰਮੇਸ਼ਰ ਨਾ ਜਾਣੋ, ਅਸੀਂ ਪਰਮੇਸ਼ਰ ਦੇ ਦਾਸ ਹਾਂ। ਮੋਕੋ ਦਾਸ ਤਮਨ ਕਾ ਜਾਣੋ, ਜਾ ਮੈਂ ਭੇਦ ਨਾ ਰੰਚਕ ਮਾਨੋ। ਸਾਡੇ ਅੰਦਰ ਕਿਸੇ ਪ੍ਰਕਾਰ ਦਾ ਭੇਦ ਜਿਹੜਾ ਉਹ ਨਹੀਂ ਕਰਨਾ। ਮੈਂ ਦਾਸ ਹਾਂ ਉਸ ਪਰਮਾਤਮਾ ਵਾਹਿਗੁਰੂ ਦਾ, ਮੈਂ ਹਾਂ ਪਰਮ ਪੁਰਖ ਕੋ ਦਾਸਾ। ਦੇਖਣ ਆਇਓ ਜਗਤ ਤਮਾਸ਼ਾ, ਅਸੀਂ ਤਾਂ ਜਗਤ ਦੇ ਅੰਦਰ ਇਹ ਤਮਾਸ਼ਾ, ਇਹ ਖੇਡ ਜਿਹੜੀ ਉਹ ਵੇਖਣ ਆਏ ਹਾਂ। ਜੋ ਪ੍ਰਭ ਜਗਤ ਕਹਾ ਸੋ ਕਹੋ, ਮਿੱਤਰ ਲੋਕ ਤੇ ਮੋਨ ਨਾ ਰਹੋ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਕਿਤੇ ਚੁੱਪ ਹੋ ਕਰਕੇ ਨਹੀਂ ਫਿਰ ਬੈਠਣਾ। ਜਿਵੇਂ ਜਿਵੇਂ ਸਾਨੂੰ ਪਰਮਾਤਮਾ ਨੇ ਹੁਕਮ ਕੀਤਾ ਹੈ ਨਾ, ਅਸੀਂ ਤੇ ਉਦਾਂ ਹੀ ਕਰਨਾ ਹੈ, ਅਸੀਂ ਚੁੱਪ ਹੋ ਕਰਕੇ ਨਹੀਂ ਬੈਠਣਾ। ਆਪਣੀ ਕਥਾ ਆਪ, ਆਪਣੇ ਜੀਵਨ ਦਾ ਆਪ ਸਤਿਗੁਰੂ ਜੀ ਇੱਥੇ ਬਖਸ਼ਿਸ਼ਾਂ ਕਰਦੇ ਨੇ, ਰਹਿਮਤਾਂ ਕਰਦੇ ਨੇ। ਆਓ ਸਤਿਗੁਰੂ ਜੀਆਂ ਦੀਆਂ ਵਡਿਆਈਆਂ, ਸਤਿਗੁਰੂ ਜੀ ਵਰਗਾ ਯੋਧਾ ਸੂਰਮਾ ਬਲੀ ਕੌਣ ਹੋਇਆ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਵਰਗੀ ਭਗਤੀ ਕਿੰਨੇ ਕੀਤੀ ਹੈ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਸਤੋ ਹਫਤ ਖਦਾਏ ਗੁਰੂ ਗੋਬਿੰਦ ਸਿੰਘ, ਹਫਤ ਹਮ ਸ਼ਹਿਜਾਏ ਗੁਰੂ ਗੋਬਿੰਦ ਸਿੰਘ। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਤੇ ਆਪ ਖੁਦ ਖੁਦਾ ਹੈ। ਗੁਰੂ ਗੋਬਿੰਦ ਸਿੰਘ ਆਪ ਪਰਮੇਸ਼ਰ ਵਾਹਿਗੁਰੂ ਦਾ ਰੂਪ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਰਗਾ ਕੋਈ ਵੱਡਾ ਯੋਧਾ, ਕੋਈ ਵੱਡਾ ਸੂਰਮਾ ਅੱਜ ਤੱਕ ਨਹੀਂ ਹੋ ਸਕਿਆ, ਕਿਉਂਕਿ ਸਿੱਖ ਜਿਹੜੇ ਨੇ ਆਪਣੇ ਗੁਰੂ ਦੀ ਆਪ ਸਿਫਤ ਕਰਨਾ ਤੇ ਹੋਰ ਧਰਮਾਂ ਦੇ ਲੋਕ ਇਹ ਕਹਿਣਗੇ ਇਹ ਸਿੱਖਾਂ ਦਾ ਗੁਰੂ ਹੈ ਤਾਂ ਸਿਫਤ ਕਰਦੇ ਨੇ। ਅਸੀਂ ਤੇ ਕਰਨੀ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਵੱਡੇ ਵੱਡੇ ਹੋਰ ਧਰਮਾਂ 'ਚ ਜਿਹੜੇ ਮੌਲਵੀ ਵਿਦਵਾਨ ਨੇ, ਸੱਜਣ ਨੇ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਸਿਫਤ ਕਰਦੇ ਨੇ। ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦਾ ਸਪਰਸ਼ ਕਰਕੇ ਕਹਿੰਦੇ ਨੇ ਨਾ ਕੋਈ ਅੱਜ ਤੱਕ ਦੁਨੀਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਰਗਾ ਪੈਦਾ ਹੋਇਆ ਹੈ ਤੇ ਨਾ ਕੋਈ ਹੋਵੇਗਾ, ਕਿਉਂਕਿ ਹੱਕ ਖੁਦ ਵਸਾਫਾ ਹੈ ਗੁਰੂ ਗੋਬਿੰਦ ਸਿੰਘ, ਬਰਤਰੀ ਔਸਾਫਾ ਹੈ ਗੁਰੂ ਗੋਬਿੰਦ ਸਿੰਘ। ਕਿ ਉਹ ਪਰਮੇਸ਼ਰ ਵਾਹਿਗੁਰੂ ਐਡਾ ਸੂਰਬੀਰ ਯੋਧਾ ਜੋ ਪਰਮੇਸ਼ਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਲੈ ਕਰਕੇ ਇਸ ਮਾਤ ਲੋਕ ਦੇ ਉੱਤਰ ਜਿਹਨੇ ਆਪਣਾ ਪ੍ਰਕਾਸ਼ ਧਾਰਨਾ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਵਰਗਾ ਹੋਰ ਕੌਣ ਹੋਵੇਗਾ। ਮੁਸਲਮਾਨਾਂ ਦਾ ਫਕੀਰ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੋਂ ਮਦਰ ਦੇਸ ਹਮ ਕੋਲੇ ਆਏ। ਸਾਈਂ ਭੀਖਣ ਸ਼ਾਹ ਜੀ ਮੁਸਲਮਾਨ ਫਕੀਰ ਨੇ, ਬੜੇ ਵੱਡੇ ਵਿਦਵਾਨ ਨੇ, ਪਰਮਾਤਮਾ ਦੀ ਬੰਦਗੀ ਦੇ ਅੰਦਰ ਲੀਨ ਨੇ, ਪਰਮਾਤਮਾ ਦੇ ਨਾਲ, ਅੱਲਾ ਦੇ ਨਾਲ ਇੱਕਮੁੱਖ ਹੋ ਕਰਕੇ ਭਗਤੀ ਕਰਦੇ ਨੇ, ਉਸ ਪਰਮਾਤਮਾ ਵਾਹਿਗੁਰੂ ਨੂੰ ਪੂਜਨਾ ਕਰਦੇ ਨੇ। ਪਰ ਹੋਇਆ ਕੀ ਹੈ ਕਿ ਪੱਛਮ ਵੱਲ ਨੂੰ ਅੱਲਾ ਦੀ ਯਾਦ ਅੰਦਰ ਬੈਠ ਕਰਕੇ ਦੁਆਵਾਂ ਕੀਤੀਆਂ ਜਾਂਦੀਆਂ ਨੇ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ, ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ ਹੈ। ਇਹ ਜਿਹੜਾ ਸਾਈਂ ਭੀਖਣ ਸ਼ਾਹ, ਇਹਨੇ ਪੂਰਬ ਵੱਲ ਨੂੰ ਆਪਣਾ ਜਿਹੜਾ ਰੂਪ ਹੈ, ਆਪਣਾ ਜਿਹੜਾ ਸਰੀਰ ਦੀ ਵਾਰਤਾਲਾਪ ਪੂਰਬ ਵੱਲ ਨੂੰ ਕਰ ਲਈ। ਸਾਰੇ ਮੌਲਵੀ ਮੁਸਲਮਾਨ ਪੁੱਛਣ ਲੱਗੇ ਕਿ ਸਾਈਂ ਭੀਖਣ ਸ਼ਾਹ ਅੱਜ ਤੈਨੂੰ ਕੀ ਹੋਇਆ ਹੈ, ਅੱਜ ਤੂੰ ਦੁਆ ਪੂਰਬ ਵਾਲੇ ਪਾਸੇ ਨੂੰ ਕਰਦਾ ਪਿਆ, ਪੂਰਬ ਵਾਲੇ ਪਾਸੇ ਨੂੰ ਹੋ ਕਰਕੇ ਅੱਜ ਤੂੰ ਦੁਆ ਕਰਦਾ ਪਿਆ ਹੈ। ਜਦੋਂ ਸਾਈਂ ਭੀਖਣ ਸ਼ਾਹ ਜੀ ਕੋਲੋਂ ਪੁੱਛਿਆ ਨਾ ਤੇ ਸਾਈਂ ਭੀਖਣ ਸ਼ਾਹ ਜੀ ਕਹਿਣ ਲੱਗੇ ਅੱਜ ਪੂਰਬ ਵੱਲ ਇੱਕ ਅਵਤਾਰ ਨੇ ਆਪਣਾ ਪ੍ਰਕਾਸ਼ ਧਾਰਨਾ ਕੀਤਾ, ਜਿਹਨੂੰ ਮੈਂ ਰੋਜ਼ ਲੱਭਦਾ ਸੀ, ਜਿਹਨੂੰ ਰੋਜ਼ ਮੈਂ ਬੰਦਗੀ ਅੱਲਾ ਦੀ ਕਹਿ ਕਰਕੇ ਕਰਦਾ ਸੀ, ਅੱਜ ਉਹਨੇ ਪੱਛਮ ਵੱਲ ਦਰਸ਼ਨ ਦੀਦਾਰ ਦਿੱਤੇ ਨੇ। ਉਦੋਂ ਹੀ ਸਾਈਂ ਭੀਖਣ ਸ਼ਾਹ ਜਿਹੜੇ ਨੇ ਇਸ ਧਰਤੀ ਤੋਂ ਪੰਜਾਬ ਵੱਲੋਂ ਤੁਰ ਪੈਂਦੇ ਨੇ ਦਰਸ਼ਨਾਂ ਦੇ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਕੋਲ ਆਉਂਦੇ ਨੇ। ਆਣ ਕਰਕੇ ਮਾਤਾ ਗੁਜਰ ਕੌਰ, ਮਾਮਾ ਕਿਰਪਾਲ ਚੰਦ ਜੀਆਂ ਨੂੰ ਕਿ ਅਸੀਂ ਗੋਬਿੰਦ ਰਾਏ ਜੀਆਂ ਦੇ ਦਰਸ਼ਨ ਕਰਨੇ ਨੇ। ਤੇ ਅੱਗੋਂ ਸੋਚਦੇ ਨੇ ਮੁਸਲਮਾਨ ਹੈ, ਫਕੀਰ ਹੈ। ਇੱਕ ਦੋ ਦਿਨ ਦੇ ਵਾਸਤੇ ਇਤਿਹਾਸਕਾਰਾਂ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਮੁਸਲਮਾਨ ਸਾਈਂ ਭੀਖਣ ਸ਼ਾਹ ਜੀ ਦਰਵਾਜ਼ੇ ਦੇ ਉੱਪਰ ਬੈਠੇ ਨੇ। ਫਿਰ ਅਖੀਰ ਮਾਤਾ ਗੁਜਰ ਕੌਰ ਜੀ ਦੇ ਅੰਦਰ ਦਇਆ ਆਉਂਦੀ ਹੈ, ਨਿਮਰਤਾ ਆਉਂਦੀ ਹੈ, ਦਰਸ਼ਨ ਕਰਵਾਉਣੇ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਨਮੁਖ ਹੋ ਕਰਕੇ ਦਰਸ਼ਨ ਕਰਦੇ ਨੇ, ਚਰਨਾਂ ਦੇ ਅੰਦਰ ਸੀਸ ਨਵਾਉਂਦੇ ਨੇ, ਸਪਰਸ਼ ਕਰ, ਕਿਉਂਕਿ ਸਮੇਂ ਦੇ ਮੁਤਾਬਕ ਉਸ ਸਮੇਂ ਸੂਝਵਾਨ ਜਿਹੜੇ ਲੋਕ ਸਨ ਨਾ ਬ੍ਰਾਹਮਣ ਸਨ, ਉਹਨਾਂ ਨੇ ਦੱਸ ਦਿੱਤਾ ਸੀ ਕਿ ਕੋਈ ਆਮ ਇਨਸਾਨ ਨਹੀਂ, ਕੋਈ ਆਮ ਬੱਚਾ ਨਹੀਂ, ਇਹ ਤੇ ਰੱਬ ਦਾ ਅਵਤਾਰੀ ਪੁਰਖ ਹੈ, ਰੱਬ ਦਾ ਭੇਜਿਆ ਹੋਇਆ ਇਹ ਅਵਤਾਰ ਹੈ ਜਿਨੇ ਪਟਨਾ ਦੀ ਧਰਤੀ ਦੇ ਉੱਪਰ ਆਪਣਾ ਪ੍ਰਕਾਸ਼ ਧਾਰਨਾ ਕੀਤਾ ਹੈ। ਭਲੀ ਪ੍ਰਕਾਰ ਆਪਾਂ ਜਾਣੂ ਆ ਸਾਈਂ ਭੀਖਣ ਸ਼ਾਹ ਜੀ ਨੇ ਪਰਖਣ ਦੇ ਵਾਸਤੇ, ਸਪਰਸ਼ ਕਰਨ ਦੇ ਵਾਸਤੇ ਦੋ ਕੁੱਜੀਆਂ ਲਈਆਂ। ਇੱਕ ਕੁੱਜੀ ਦੇ ਅੰਦਰ ਦੁੱਧ ਪਾਇਆ ਹੈ, ਇੱਕ ਕੁੱਜੀ ਦੇ ਅੰਦਰ ਪਾਣੀ ਪਾਇਆ। ਮੁਸਲਮਾਨਾਂ ਦੇ ਵਾਸਤੇ ਸਨਮੁਖ ਰੱਖ ਕੇ ਦੁੱਧ ਪਾਇਆ, ਦੂਜੇ ਪਾਸੇ ਪਾਣੀ। ਤੇ ਗੋਬਿੰਦ ਰਾਏ ਜੀ ਅੱਗੇ ਕਰ ਦਿੱਤੀਆਂ ਦੋਨੋਂ ਕੁੱਜੀਆਂ ਕਿ ਸਪਰਸ਼ ਕਰਨਾ ਸੀ ਕਿ ਇਹ ਜਿਹੜਾ ਅਵਤਾਰੀ ਪੁਰਖ ਆਇਆ ਹੈ, ਇਹਨੇ ਆਣ ਕਰਕੇ ਕਿਹਦੀ ਜਿਹੜੀ ਸਹਾਇਤਾ ਕਰਨੀ ਹੈ, ਕਿਹਦਾ ਜਿਹੜਾ ਪੱਖ ਪੂਰਨਾ ਹੈ ਕਿ ਹਿੰਦੂਆਂ ਦਾ ਜਾਂ ਮੁਸਲਮਾਨਾਂ ਦੀ ਰੱਖਿਆ ਕਰਨਗੇ। ਜਦੋਂ ਸਾਈਂ ਭੀਖਣ ਸ਼ਾਹ ਜੀ ਨੇ ਦੋਵੇਂ ਕੁੰਦੀਆਂ ਬਾਲ ਗੋਬਿੰਦ ਰਾਏ ਅੱਗੇ ਕੀਤੀਆਂ ਨਾ, ਕਿਉਂਕਿ ਸਤਿਗੁਰੂ ਜੀਆਂ ਦਾ ਛੋਟਾ ਸਰੀਰ ਹੈ, ਕੋਮਲ ਸਰੀਰ ਹੈ। ਇਤਿਹਾਸਕਾਰ ਬੜਾ ਸੋਹਣਾ ਲਿਖਦਾ ਹੈ, ਜਦੋਂ ਕੁੰਜੀਆਂ ਅੱਗੇ ਕਰਦੇ ਨੇ ਤੇ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਜੀਆਂ ਨੇ ਆਪਣੇ ਦੋਨੋਂ ਹੱਥ ਦੋਨੋਂ ਕੁੰਜੀਆਂ ਦੇ ਉੱਪਰ ਰੱਖ ਦਿੱਤੇ। ਉਹਨਾਂ ਹੱਥਾਂ ਦੇ ਅੰਦਰ ਤਾਕਤ ਬਹੁਤ ਜ਼ਿਆਦੀ ਸੀ। ਅੱਗੇ ਸਾਈਂ ਭੀਖਣ ਸ਼ਾਹ ਜੀ, ਉਹਨੇ ਫਿਰ ਸਤਿਗੁਰੂ ਜੀਆਂ ਦੇ ਪੈਰਾਂ ਦਾ ਸਪਰਸ਼ ਕੀਤਾ, ਚਰਨਾਂ ਦਾ ਸਪਰਸ਼ ਕੀਤਾ। ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮੈਂ ਤੇ ਤੁਹਾਡਾ ਅਣਜਾਣ ਬੱਚਾ, ਮੈਂ ਤੇ ਆਪ ਜੀਆਂ ਦਾ ਇੱਕ ਪੁੱਤਰ ਹਾਂ। ਜਦੋਂ ਇੰਨੀ ਗੱਲ ਕਹੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿਰਪਾ ਕਰ ਦਿੱਤੀ।
ਸਮੇਂ ਸਮੇਂ ਦੇ ਮੁਤਾਬਕ ਜਿਹੜੇ ਨਾਲ ਦੇ ਆਏ ਸਨ ਨਾ ਮੁਸਲਮਾਨ ਪੁੱਛਣ ਲੱਗੇ, ਸਾਈਂ ਜੀ ਇਹ ਕੀ ਕਰਾਮਾਤ ਕੀਤੀ ਹੈ ਤੁਸੀਂ ਸਤਿਗੁਰੂ ਜੀਆਂ ਨੂੰ ਕੁਝ ਭੇਟਾ ਕਰਨ ਲੱਗੇ ਸੋ, ਪਰ ਸਤਿਗੁਰੂ ਜੀਆਂ ਦੀ ਭੇਟਾ ਤੁਸੀਂ ਦਿੱਤੀ ਵੀ ਨਹੀਂ। ਜਦੋਂ ਇੰਨੇ ਬਚਨ ਕੀਤੇ ਨਾ ਤੇ ਸਾਈਂ ਭੀਖਣ ਸ਼ਾਹ ਕਹਿਣ ਲੱਗੇ ਉਹ ਭੇਟਾ ਨਹੀਂ ਸੀ, ਉਹ ਮੈਨੂੰ ਪਤਾ ਹੈ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਪਤਾ ਹੈ। ਜਦੋਂ ਜ਼ਿਆਦਾ ਜ਼ੋਰ ਲਾਇਆ ਨਾ ਪੁੱਛਣ ਦੇ ਵਾਸਤੇ, ਫਿਰ ਸਾਈਂ ਭੀਖਣ ਸ਼ਾਹ ਜੀ ਕਹਿੰਦੇ ਅਸੀਂ ਸਪਰਸ਼ ਕਰਨ ਲੱਗੇ ਸਾਂ, ਅਸੀਂ ਪਰਖਣ ਲੱਗੇ ਸਾਂ ਕਿ ਇਹ ਜਿਹੜਾ ਅਵਤਾਰੀ ਪੁਰਖ ਇਸ ਮਾਤ ਲੋਕ ਦੇ ਅੰਦਰ ਜਿਨੇ ਆਪਣਾ ਪ੍ਰਕਾਸ਼ ਧਾਰਨ ਕੀਤਾ ਹੈ ਕਿ ਇਹ ਹਿੰਦੂਆਂ ਦਾ ਪੱਖ ਪੂਰੇਗਾ ਜਾਂ ਮੁਸਲਮਾਨਾਂ ਦਾ ਪੱਖ ਪੂਰੇਗਾ। ਪਰ ਸ਼ਹਿਨਸ਼ਾਹ ਦਾ ਤਾਰ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦੋਵਾਂ ਦੀ ਹਿਫਾਜ਼ਤ ਦੇ ਵਾਸਤੇ ਆਪਣੇ ਦੋਵੇਂ ਹੱਥ ਜਿਹੜੇ ਚੁੱਕੇ ਨੇ। ਐਸੀ ਵਡਿਆਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਲਾ ਯਾਰ ਖਾਂ ਬੜਾ ਸੁੰਦਰ ਲਿਖਦਾ ਹੈ। ਮੁਸਲਮਾਨ ਹੈ, ਆਪਣੇ ਧਰਮ ਦੇ ਅੰਦਰ ਪੱਕਾ ਹੈ, ਪਰ ਆਪਣੇ ਧਰਮ ਦੇ ਵਿੱਚ ਇਹ ਬੋਲ ਵਰਤਦਾ ਹੈ ਕਿ ਇਨਸਾਫ ਕਰਕੇ ਦੇਖੋ, ਕਿਤੇ ਆਪਣੇ ਮਨ ਦੇ ਅੰਦਰੋਂ ਕਪਟ ਕੱਢ ਕਰਕੇ ਦੇਖੋ। ਇਹ ਨਾ ਕਹੀ ਜੋ ਸਾਡਾ ਹੀ ਸਾਡਾ ਜਿਹੜਾ ਰੱਬ ਹੈ ਉਹੀ ਵੱਡਾ ਹੈ। ਕਿਤੇ ਦੇਖੋ ਇਨਸਾਫ ਕਰੇ ਜੀ में जमाना तो जकी है, कह दे गुरु गोबिंद सिंह का सानी ही नहीं है। एक पासे गुरु गोबिंद सिंह साहिब जी महाराज जियां दा इतिहास ते एक पासे दुनिया दे इतिहास रख लवो, उन्हां दा सानी जिहड़ा अज तक ना ते होया ते ना होवेगा। उल्फत के जह जज्बे नहीं देखे कहीं हमने, है देखना एक बात सुने भी नहीं हमने। गुरु गोबिंद सिंह जी ने जो कर दिखाया है ना, देखण दी ते गल ही परे है। असी जिंदगी दे अंदर इतिहास दे अंदर एक कदी सुनिया भी नहीं है, एक कदी सुनना भी नहीं पीता। लाला दौलत राय होया है, मुसलमान है ये भी। दाला दौलत राय जी लिखते ने गुरु गोबिंद सिंह साहिब जी महाराज जियां दी भगती दे बारे कि गुरु गोबिंद सिंह साहिब जी महाराज जियां दी भगती किन्नी है, क्योंकि जिवें जिवें अवतारी पुरष आए ने, देवते लोग आए ने, बंदगी करन वाले आए ने, उन्होंने की कीता आण करके कोई ना कोई सीमांत जगह लभी है। जिवें कोई जंगलों के अंदर जान करके भगती करन लगा, कोई उच्ची जगह के अंदर, कोई सुनसान जगह दे विच बैठ करके भगती करन लगा। पर लाला दौलत राय लिखते ने गुरु गोबिंद सिंह साहिब जी महाराज जियां दी भगती इन्नी है कि जंग युद्ध हो रहा है, मींह दी वाड़ जिहड़ी है वो सारियां नूं ठंड दी वाड़ खाई जाती है, उत्तों मींह वर रहा है। पर गुरु गोबिंद सिंह महाराज जियां ने सरसा नदी दे उपर अपनी भगती दिखाई है। सरसा नदी का पानी पाण उठदा है, पर गुरु गोबिंद सिंह महाराज कहते ने प्यारे भाई दया सिंह आओ अमृत वेला हो चुकिया है, आओ आपां जपजी साहिब दा पाठ करिए, आओ आसा दी वार दा कीर्तन करिए। इन्नी भगती है मालक तू जंग युद्ध दे समय भी जिथे तलवारां दे नाल नेजियां दे नाल वार हो रहे ने, उत्थे भी तू भगती कीती है। फिर गुरु गोबिंद सिंह महाराज जियां दी सिफत अंदर लाला दौलत राय लिखदा है, बस यही गुरु गोबिंद सिंह नहीं, तेरी एडी वड्डी भगती है, चमकौर दी गढ़ी दे अंदर तेरा परिवार विछड़ चुका है, तेरा परिवार जेड़ा तेरे कोल नहीं। तेरे वड्डे दो साहिबजादे अज दिन दे अंदर जंग दे विच लड़दे शहादत दा जाम पी लैंदे ने। पर गुरु गोबिंद सिंह महाराज जदों शाम ढलदी है, सूरज अस्तदा है, तू आप आवाज मारदा है सिखां नूं आओ सिखो, रहरा साहिब जियां दा टाइम हो चुका है। सुन वड्डा आख्या सब कोए, केवट वड्डा डीठा होए, कीमत पाए ना कहिया जाए, कहने वाले तेरे रहे समाए। तू सिफत करदा है उस परमात्मा नूं, क्योंकि अज दुनिया दे अंदर कोई एक चलिया जावे ना, अपने घरां दे विचों कोई विछड़ जावे, असीं दुनिया नूं भुल जाने, परमात्मा नूं भुल जाने। पर वेखो गुरु गोबिंद सिंह साहिब जी महाराज जियां दी भगती अपने परिवार नूं वार करके फिर भी बेनतियां करदे ने, फिर भी सतगुरु जी दियां भगती दे अंदर लीन ने। लाला दौलत राय कहण लगा, ठीक है भगती विचों मन्निया, हुण सूरबीरता वर्गों कोई होया ऐसा जिदे अंदर गुरु गोबिंद सिंह साहिब जी महाराज जियां वर्गी सूरबीरता होवे, जो कोई एडा वड्डा बली होवे, सूरबीर होवे। क्योंकि धरती दे उपर ना जिवें जिवें अवतार आए ने, इवें इवें सूरबीर भी बहुत आए ने। बड़े सूरबीरां ने अपना प्रकाश धारण कीता है।
ਹੁਣ ਜਿਹੜਾ ਮਹਾਭਾਰਤ ਦਾ ਜੰਗ ਹੋਇਆ ਹੈ ਨਾ, ਸੂਰਬੀਰਤਾ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ। ਮਹਾਭਾਰਤ ਦਾ ਜੰਗ ਹੋਇਆ ਹੈ, ਜਿਹੜਾ ਕ੍ਰਿਸ਼ਨ ਅਵਤਾਰ ਹੈ ਨਾ, ਉਹ ਕਹਿੰਦਾ ਜਿੰਨਾ ਤੱਕ ਕੌਰਵਾਂ ਦੇ ਵੱਲ ਦਰੋਣਾਚਾਰੀਆ ਜੰਗ ਲੜਦਾ ਪਿਆ ਹੈ ਨਾ, ਉਹਨਾਂ ਤੱਕ ਇਹ ਪਾਂਡਵ ਜਿਹੜੇ ਨੇ ਉਹ ਜੰਗ ਜਿੱਤ ਨਹੀਂ ਸਕਦੇ। ਇੱਥੇ ਆਪਾਂ ਸੂਰਬੀਰਤਾ ਦੀ ਗੱਲ ਦੇਖਣੀ ਹੈ। ਭੁਜਾਵਾਂ ਦੇ ਅੰਦਰ ਇੰਨਾ ਬਲ ਹੈ, ਇੰਨੀ ਜ਼ਿਆਦੀ ਤਾਕਤ ਹੈ, ਇੰਨੀ ਜ਼ਿਆਦੀ ਸੂਰਬੀਰਤਾ ਇਹਨਾਂ ਦੇ ਅੰਦਰ ਕਿ ਪਾਣੀ ਦੇ ਅੰਦਰ ਤੈਰਦੀ ਹੋਈ ਮੱਛੀ ਦੀ ਅੱਖ ਦੇ ਵਿੱਚ ਤੀਰ ਦਾ ਨਿਸ਼ਾਨਾ ਲਾ ਸਕਦੇ ਨੇ। ਪਰ ਅਵਤਾਰੀ ਪੁਰਸ਼ ਕ੍ਰਿਸ਼ਨ ਕਹਿਣ ਲੱਗਾ ਕਿ ਜਿੰਨਾ ਤੱਕ ਦਰੋਣਾਚਾਰੀਆ ਕੌਰਵਾਂ ਦੇ ਵੱਲ ਜੰਗ ਲੜ ਲਿਆ, ਇਹ ਜੰਗ ਜਿੱਤਣੀ ਅਸੰਭਵ ਹੈ, ਇਹ ਜੰਗ ਅਸੀਂ ਜਿੱਤ ਹੀ ਨਹੀਂ ਸਕਦੇ। ਫਿਰ ਯੁਧਿਸ਼ਠਰ ਆਣ ਕਰਕੇ ਕ੍ਰਿਸ਼ਨ ਜੀ ਨੂੰ ਕਹਿਣ ਲੱਗਾ ਕੋਈ ਹੱਲ? ਤੇ ਫਿਰ ਕ੍ਰਿਸ਼ਨ ਜੀ ਕਹਿਣ ਲੱਗੇ ਕਿਸੇ ਨਾ ਕਿਸੇ ਸੂਰਬੀਰ ਦੀ ਕੋਈ ਨਾ ਕੋਈ ਜਿਹੜੀ ਕਮਜ਼ੋਰੀ ਹੈ ਨਾ, ਉਹ ਹੁੰਦੀ ਜ਼ਰੂਰ ਹੈ। ਵੱਡੇ ਤੋਂ ਵੱਡੇ ਸੂਰਬੀਰ ਦੀ ਕੋਈ ਇੱਕ ਨਾ ਇੱਕ ਕਮਜ਼ੋਰੀ ਜਿਹੜੀ ਹੈ ਉਹ ਜ਼ਰੂਰ ਹੁੰਦੀ ਹੈ। ਜਦੋਂ ਇਹ ਬਚਨ ਕੀਤੇ ਨਾ, ਕਹਿਣ ਲੱਗੇ ਜਾਓ ਉਸ ਦਰੋਣਾਚਾਰੀਆ ਜਿੱਥੇ ਉਹ ਜੰਗ ਦੇ ਵਿੱਚ ਲੜ ਰਿਹਾ ਹੈ ਨਾ, ਉੱਥੇ ਜਾ ਕੇ ਇੱਕ ਗੱਲ ਬੋਲਦੇ ਹੋ ਕਿ ਅਸਵਥੰਮਾ ਹਰੋ ਕੁੰਚਰਾ ਕੋ ਨਰੋ। ਅਸਵਥੰਮਾ ਜਿਹੜਾ ਹੈ ਨਾ, ਇਹਦਾ ਪੁੱਤਰ ਹੈ ਦਰੋਣਾਚਾਰੀਆ ਦਾ। ਅਸਵਥੰਮਾ ਹਰੋ ਕੁੰਚਰਾ ਕਾ ਨਰੋ, ਇੰਨੀ ਗੱਲ ਜਿਹੜੀ ਹੈ ਜਾ ਕਰਕੇ ਜੰਗ ਦੇ ਮੈਦਾਨ ਦੇ ਅੰਦਰ ਬੋਲਦੇ ਹੋ। ਦਰੋਣਾਚਾਰੀਆ ਜਿਹੜਾ ਆਪਣੇ ਆਪ ਹੀ ਜੰਗ ਖੇਡਣੋਂ, ਜੰਗ ਦੇ ਵਿੱਚ ਜੂਝਣੋਂ ਹਟ ਜਾਵੇਗਾ। ਯੁਧਿਸ਼ਠਰ ਜਿਹੜਾ ਹੈ ਕ੍ਰਿਸ਼ਨ ਦੀ ਗੱਲ ਮੰਨ ਕਰਕੇ ਜਾਂਦਾ, ਇਹੀ ਬੋਲ ਜਾ ਕਰਕੇ ਜੰਗ ਦੇ ਅੰਦਰ ਮੈਦਾਨ ਦੇ ਅੰਦਰ ਦਰੋਣਾਚਾਰੀਆ ਦੇ ਸਾਹਮਣੇ ਬੋਲਦਾ ਹੈ ਅਸਵਥੰਮਾ ਹਰੋ ਕੁੰਚਰਾ ਕਾ ਨਰੋ। ਇਹ ਸੁਣਦਾ ਦਰੋਣਾਚਾਰੀਆ, ਤਲਵਾਰ ਹੱਥ ਦੇ ਵਿੱਚੋਂ ਛੁੱਟ ਜਾਂਦੀ ਹੈ। ਕਿਉਂ? ਮੇਰਾ ਪੁੱਤਰ ਮਰ ਚੁੱਕਾ ਹੈ, ਅਸਵਥੰਮਾ ਮੇਰਾ ਪੁੱਤਰ ਮਰ ਚੁੱਕਾ ਹੈ। ਇੰਨੀ ਗੱਲ ਕਰਦਾ 5-7 ਮਿੰਟ ਦੇ ਅੰਦਰ ਰੱਥ ਦੇ ਅੰਦਰ, ਜਿਹਦੇ ਅੰਦਰ ਇੰਨੀ ਤਾਕਤ ਸੀ, ਜਿਹੜਾ ਇੰਨਾ ਬਲੀ ਸੀ, ਉਹ ਰੱਥ ਦੇ ਉੱਪਰੋਂ ਬੇਹੋਸ਼ ਹੋ ਕਰਕੇ ਡਿੱਗ ਪੈਂਦਾ ਹੈ। ਇੰਨੀ ਸੂਰਬੀਰਤਾ ਹੋਣ ਦੇ ਕਰਕੇ ਇੱਕ ਪੁੱਤਰ ਦੀ ਅਜੀ ਪ੍ਰਤੱਖ ਨਹੀਂ ਦੇਖਿਆ ਕਿ ਪੁੱਤਰ ਦੀ ਮੌਤ ਹੋਈ ਵੀ ਹੈ ਜਾਂ ਨਹੀਂ ਹੋਈ, ਕਿਉਂਕਿ ਇਹ ਸਭ ਬਹਾਨੇ ਸਨ, ਮੌਤ ਹੋਈ ਨਹੀਂ ਸੀ। ਸਿਰਫ ਕਹਿਣ ਦੇ ਨਾਲ ਰੱਥ ਦੇ ਉੱਪਰੋਂ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਕਿ ਮੇਰੇ ਪੁੱਤਰ ਨੇ ਜਿਹੜੀ ਮੌਤ ਹੋ ਚੁੱਕੀ ਹੈ। ਦੇਖੀਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਸੂਰਬੀਰਤਾ ਸਿਰਫ ਸੁਣਿਆ ਨਹੀਂ, ਅੱਖਾਂ ਦੇ ਸਾਹਮਣੇ ਜੁਝਾਰ ਦੀ ਛਾਤੀ ਦੇ ਅੰਦਰ ਤੀਰ ਵੱਜਦੇ ਦੇਖੇ ਨੇ, ਪੰਛੀਆਂ ਦੇ ਨਾਲ ਸੰਜੋਲ ਨੂੰ ਪਾੜਦਿਆਂ ਹੋਇਆਂ ਦੇਖਿਆ ਹੈ। ਪਰ ਇਹ ਸੂਰਬੀਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਡੋਲੇ ਨਹੀਂ, ਕਿਉਂਕਿ ਚੁਭੀ ਰਹੀ ਸੁਰਤ ਚਰਨਨ ਮੈਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਸੁਰਤ ਜਿਹੜੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਖੁਬੀ ਹੋਈ ਹੈ। ਐਡਾ ਕੋਈ ਸੂਰਬੀਰਤਾ ਵਾਲਾ ਯੋਧਾ ਕੋਈ ਹੋ ਸਕਦਾ ਕਦੇ ਵਾਸਤੇ ਵੀ ਨਹੀਂ। ਤੇ ਇਹਨਾਂ ਕਹਿਣ ਦੇ ਨਾਲ ਨਾ ਪਾਂਡਵਾਂ ਨੇ ਜਿਹੜੀ ਜੰਗ ਜਿੱਤ ਲਈ, ਸਿਰਫ ਇੰਨੀ ਗੱਲ ਕਹਿਣ ਦੇ ਨਾਲ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰਾ ਪਰਿਵਾਰ ਵਾਰ ਕਰਕੇ ਸਾਹਿਬਜ਼ਾਦਾ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਸ਼ਹਾਦਤ ਜਦੋਂ ਹੋ ਜਾਂਦੀ ਹੈ, ਮਗਰੋਂ ਜਕਾਰੇ ਛੱਡਦੇ ਨੇ। ਜਕਾਰਿਆਂ ਦੀ ਆਵਾਜ਼ ਆਉਂਦੀ ਹੈ, ਜੁਝਾਰ ਤਿਆਰ ਹੁੰਦਾ ਹੈ, ਫਿਰ ਜਕਾਰੇ ਛੱਡਦੇ ਨੇ। ਸ਼ਾਮ ਨੂੰ ਫਿਰ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਨੇ। ਇੰਨੀ ਭਗਤੀ, ਇੰਨੀ ਸੂਰਬੀਰਤਾ 14 ਜੰਗਾਂ ਗੁਰੂ ਦਸ਼ਮੇਸ਼ ਪਾਤਸ਼ਾਹ ਜੀਆਂ ਨੇ ਲੜੀਆਂ ਨੇ। 42 ਸਾਲ ਦੀ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਹੋਈ ਹੈ। 42 ਸਾਲਾਂ ਦੇ ਅੰਦਰ 14 ਜੰਗਾਂ ਦਸ਼ਮੇਸ਼ ਪਾਤਸ਼ਾਹ ਜੀਆਂ ਨੇ ਲੜੀਆਂ। 14 ਜੰਗਾਂ ਦੇ ਅੰਦਰ ਵੀ ਜਿੱਤ ਪ੍ਰਾਪਤ ਕੀਤੀ ਹੈ। ਹੁਣ ਲਾਲਾ ਜਗਤ ਰਾਏ, ਦੌਲਤ ਰਾਏ ਦੱਸਦਾ ਹੈ ਕਿ ਸਿੱਖਾਂ ਦੇ ਨਾਲ ਪਿਆਰ ਕਿੰਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ। ਪਹਿਲਾਂ ਭਗਤੀ ਦੱਸੀ, ਸੂਰਬੀਰਤਾ ਦੱਸੀ ਹੈ, ਯੋਧਾ ਦੱਸਿਆ ਹੈ, ਹੁਣ ਦੱਸਿਆ ਹੈ ਕਿ ਪਿਆਰ ਕਿੰਨਾ ਸਿੱਖਾਂ ਦੇ ਨਾਲ। ਕਿਉਂਕਿ ਕੋਈ ਅੱਜ ਤੱਕ ਇੰਨਾ ਕੋਈ ਵਲੀ, ਕੋਈ ਅਵਤਾਰੀ ਪੁਰਸ਼ ਨਹੀਂ ਹੋਇਆ ਜਿਹਨੇ ਆਪਣੇ ਮੁਰੀਦਾਂ ਨੂੰ ਇੰਨਾ ਪਿਆਰ ਕੀਤਾ ਹੋਵੇ। ਪਿਆਰ ਤੇ ਕਿੱਥੋਂ ਕਰਨਾ ਸੀ? ਕਿਸੇ ਅਵਤਾਰੀ ਦੇ ਅੰਦਰ ਇੰਨਾ ਪਿਆਰ ਹੀ ਨਹੀਂ ਸੀ ਕਿ ਉਹ ਸਿੱਖਾਂ ਨੂੰ, ਆਪਣੇ ਭਗਤਾਂ ਨੂੰ ਇੰਨਾ ਪਿਆਰ ਦੇ ਸਕੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕਰਦਿਆਂ ਹੋਇਆਂ ਆਪਾਂ ਦੇਖੀਏ ਚਮਕੌਰ ਦੀ ਗੜੀ ਦੇ ਅੰਦਰ ਹੀ ਦੇਖ ਲਈਏ ਕਿ ਇੱਕ ਦਿਨ ਪਹਿਲਾਂ ਜਿੱਦਣ 40 ਸਿੰਘਾਂ ਨੇ ਜਾ ਕਰਕੇ ਗੜੀ ਦੇ ਅੰਦਰ ਜੂਝਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਮਸਤਕਾਂ ਵੱਲੋਂ, ਸਿਰ ਵੱਲੋਂ ਦੀ ਚੱਲਦੇ ਆਉਂਦੇ ਨੇ। ਮੁਸਲਮਾਨ ਬੜਾ ਸੋਹਣਾ ਲਿਖਦਾ ਹੈ, ਜਦੋਂ ਸਿਰ ਵੱਲੋਂ ਦੀ ਚੱਲਦੇ ਆਉਂਦੇ ਨੇ ਉਦੋਂ ਸਿਰ ਨੂੰ ਚੁੰਮਦੇ ਨੇ। ਪੰਜਤੀ ਆਏ ਤੋਂ ਦੋ ਪੈਰਾਂ ਵੱਲ ਆਉਂਦੇ ਨੇ। ਕੋਈ ਐਸਾ ਹੈ
ਅੱਜ ਦੀ ਦੁਨੀਆ ਦੇ ਅੰਦਰ ਜਾਂ ਕੋਈ ਹੋਇਆ ਹੋਵੇ ਕਿ ਜਿਨੇ ਆਪਣੇ ਸਿੱਖਾਂ ਦੇ ਪੈਰ ਚੁੰਮੇ ਹੋਣ, ਕਦਮ ਚੁੰਮੇ ਹੋਣ? ਕੋਈ ਐਸਾ ਅਵਤਾਰ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੰਨਾ ਪਿਆਰ ਕਰਦੇ ਨੇ ਸਿੱਖਾਂ ਨੂੰ ਕਿ ਆਪਣੇ ਸਿੱਖਾਂ ਦੇ ਕਦਮ ਚੁੱਕਦੇ ਨੇ। ਫਿਰ ਪੁੱਤਾਂ ਨਾਲੋਂ ਵੱਧ ਪਿਆਰ ਸਿੱਖਾਂ ਨੂੰ ਦਿੱਤਾ ਹੈ ਦਸ਼ਮੇਸ਼ ਪਾਤਸ਼ਾਹ ਜੀਆਂ ਨੇ। ਕਿਵੇਂ? ਜਦੋਂ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕਰਕੇ ਗੜੀ ਦੇ ਵਿੱਚੋਂ ਬਾਹਰ ਆਉਂਦੇ ਨੇ ਨਾ, ਭਾਈ ਦਇਆ ਸਿੰਘ ਜੀ ਹੋਰ ਸਿੰਘ ਨਾਲ ਨੇ, ਬਾਹਰ ਆਣ ਕਰਕੇ ਸਿੰਘਾਂ ਦੀਆਂ ਲਾਸ਼ਾਂ ਦੇ ਵਿੱਚੋਂ ਦੀ, ਦੇਹਾਂ ਦੇ ਵਿੱਚੋਂ ਦੀ ਲੰਘਦੇ ਹੋਏ ਅਗਾਂਹ ਵੱਲ ਨੂੰ ਚਲੇ ਜਾਂਦੇ ਨੇ। ਭਾਈ ਦਇਆ ਸਿੰਘ ਜੀ ਆਵਾਜ਼ ਮਾਰਦੇ ਨੇ, ਜਿੱਥੇ ਅੱਜ ਗੁਰਦੁਆਰਾ ਸਾਹਿਬ ਤਾੜੀ ਸਾਹਿਬ ਹੈ ਨਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਹਿੰਦ ਦਾ ਪੀਰ ਚੱਲਿਆ ਜੇ ਤਾੜੀ ਮਾਰ ਕਰਕੇ, ਉੱਥੇ ਆਣ ਕੇ ਭਾਈ ਦਇਆ ਸਿੰਘ ਜੀ ਨੇ ਰੋਕਿਆ, ਹੈ ਦਸ਼ਮੇਸ਼ ਪਾਤਸ਼ਾਹ ਤੂੰ ਦੇਖ ਪਿੱਛੇ ਪਰਤ ਕਰਕੇ ਤੇਰੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ, ਇੱਕ ਵਾਰੀ ਤੱਕ ਕਰਕੇ ਤੇ ਦੇਖ ਗੁਰੂ ਗੋਬਿੰਦ ਸਿੰਘ ਤੇਰਾ ਸਾਰਾ ਗੁੱਸਾ ਦੁਸ਼ਮਣਾਂ ਨੇ ਤੇਰੇ ਬੱਚਿਆਂ ਉੱਪਰ ਕੱਢਿਆ, ਸਾਹਿਬਜ਼ਾਦਿਆਂ ਉੱਪਰ ਕੱਢਿਆ, ਉਹਨਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਭਾਈ ਦਇਆ ਜੀ ਕਹਿਣ ਲੱਗੇ, ਮੈਂ ਆਪਣਾ ਕਮਰ ਕੱਸਾ ਖੋਲ ਕਰਕੇ ਦੇਣਾ ਗੁਰੂ ਗੋਬਿੰਦ ਸਿੰਘ, ਅੱਜ ਤੱਕ ਕੋਈ ਪਿਤਾ ਦਾ ਪੁੱਤਰ ਬਗੈਰ ਕਫਨ ਤੋਂ ਨਹੀਂ ਗਿਆ, ਜਾਂ ਕੋਈ ਪਿਤਾ ਹੋਵੇ ਪੁੱਤਰ ਕਫਨ ਜ਼ਰੂਰ ਪਾਉਂਦਾ ਹੈ, ਪੁੱਤਰ ਹੋਵੇ ਪਿਤਾ ਕਫਨ ਜ਼ਰੂਰ ਪਾਉਂਦਾ ਹੈ। ਗੁਰੂ ਗੋਬਿੰਦ ਸਿੰਘ ਮੈਂ ਆਪਣਾ ਕਮਰ ਕੱਸਾ ਤੈਨੂੰ ਖੋਲ ਕਰਕੇ ਦੇਣਾ, ਕਿਰਪਾ ਕਰ, ਮਿਹਰ ਕਰ ਕਿ ਇਹਨੂੰ ਅੱਧ ਦੇ ਵਿੱਚੋਂ ਪਾੜ ਕਰਕੇ ਦੋਨਾਂ ਹੀ ਸਾਹਿਬਜ਼ਾਦਿਆਂ ਦੇ ਉੱਪਰ ਰਾਜ ਕਹਿਣ ਲੱਗੇ, ਮੈਂ ਕਿਦੇ ਕਿਦੇ ਉੱਪਰ ਇਹ ਕਫਨ ਦੀ ਰਸਮ ਕਰਾਂ? ਮੈਨੂੰ ਸਾਰੇ ਅਜੀਤ ਦਿਖਦੇ ਨੇ, ਮੈਨੂੰ ਸਾਰੇ ਜੁਝਾਰ ਦਿਸਦੇ ਨੇ, ਮੈਂ ਕਿਹਨੂੰ ਕਵਾਂ ਮੈਂ ਕਿਦੇ ਉੱਪਰ ਇਹ ਰਸਮ ਕਰਾਂ? ਮੈਨੂੰ ਤਾਂ ਕੋਈ ਵੀ ਅਲੱਗ ਨਹੀਂ ਦਿਖਦਾ, ਮੈਨੂੰ ਸਾਰੇ ਅਜੀਤ ਦਿਸ ਰਹੇ ਨੇ, ਸਾਰੇ ਜੁਝਾਰ ਦਿਸ ਰਹੇ ਨੇ। ਇਹ ਵੀ ਜਿਹੜੇ ਨੇ ਬਗੈਰ ਤਨਖਾਹਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਲੜੇ ਨੇ। ਲੋਕਾਂ ਨੇ ਇਹ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਦੇ ਨਾਲ ਤੇ ਸਿੱਖਾਂ ਦੇ ਨਾਲ ਵਖਰੇਵਾਂ ਕੀਤਾ ਹੈ। ਮੈਂ ਐਸਾ ਬਿਲਕੁਲ ਨਹੀਂ ਕਰਾਂਗਾ। ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਪੁੱਤਾਂ ਨਾਲੋਂ ਸਿੱਖਾਂ ਨੂੰ ਵੱਧ ਪਿਆਰ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀਆਂ ਵਡਿਆਈਆਂ ਜਿਹੜੀਆਂ ਨੇ ਉਹ ਕਦੇ ਵਾਸਤੇ ਵੀ ਆਪਾਂ ਵਾਚ ਨਹੀਂ ਸਕਦੇ। ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਜੀਆਂ ਦੀ ਵਡਿਆਈ ਕਦੇ ਵਾਸਤੇ ਹੋ ਹੀ ਨਹੀਂ ਸਕਦੀ, ਕਿਉਂਕਿ ਐਸੀਆਂ ਕਰਾਮਾਤਾਂ ਉਸ ਦਸ਼ਮੇਸ਼ ਪਿਤਾ ਦੁਲਾਰੇ ਨੇ ਕੀਤੀਆਂ ਨੇ, ਸਰਬੰਸਦਾਨੀ ਨੇ ਕੀਤੀਆਂ ਨੇ ਕਿ ਸਾਡੀ ਰਸਨਾ ਦੇ ਅੰਦਰ ਉਹ ਬੋਲ ਹੀ ਨਹੀਂ ਪੈਦਾ ਹੋ ਸਕਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਿਰਪਾ ਕਰੇ, ਜਿੰਨੀ ਕੁ ਵਡਿਆਈ ਸਿਫਤ ਜਿਹੜੀ ਹੈ ਸਾਡੇ ਜੀਵਾਂ ਦੇ ਪਾਸੋਂ ਕਰਵਾ ਲਵੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰਨਾ, ਸਿੱਖਿਆਵਾਂ ਦੇ ਉੱਪਰ ਚੱਲ ਕਰਕੇ ਪਹਿਰਾ ਦੇਣਾ, ਕਿਉਂਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ ਨਾ, ਉਹ ਕਦੀ ਵਾਸਤੇ ਵੀ ਜ਼ਾਲਮ ਦੇ ਅੱਗੇ ਝੁਕੇ ਨਹੀਂ, ਕਦੀ ਵਾਸਤੇ ਵੀ ਜ਼ਾਲਮ ਦਾ ਟਾਕਰਾ ਕਰਨ ਤੋਂ ਮੁਨਕਰ ਨਹੀਂ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਖੰਡੇ ਬਾਟੇ ਦੀ ਪਹੁਲ ਛਕਾ ਕਰਕੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ, ਤੇ ਅਸੀਂ ਜੇ ਅੱਜ ਕਹੀਏ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਉਪਦੇਸ਼ ਮੰਨਣ ਤੋਂ ਮੁਨਕਰ ਹੋਈਏ ਕਿ ਨਹੀਂ ਜੀ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਜਾਂ ਐਸੀਆਂ ਵਿਚਾਰਾਂ ਕਰੀਏ, ਨਹੀਂ ਭਾਈ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਤੋਂ ਵੱਧ ਸਿਆਣੇ ਨਹੀਂ। ਗੁਰੂ ਜੀਆਂ ਦਾ ਹੁਕਮ ਹੈ ਕਿ ਖੰਡੇ ਬਾਟੇ ਦੀ ਪਹੁਲ ਛਕਣੀ ਹੈ, ਖੰਡੇ ਬਾਟੇ ਦੀ ਪਹੁਲ ਨੂੰ ਛਕ ਕਰਕੇ ਅੰਮ੍ਰਿਤ ਨੂੰ ਛਕ ਕਰਕੇ ਗਿੱਦੜਾਂ ਤੋਂ ਸ਼ੇਰ ਬਣਨਾ ਹੈ, ਕਿਉਂਕਿ ਸੂਰਬੀਰਤਾ ਅੰਦਰ ਉਦੋਂ ਆਉਂਦੀ ਹੈ ਜਦੋਂ ਉਹ ਦਸ਼ਮੇਸ਼ ਪਾਤਸ਼ਾਹ ਕਿਰਪਾ ਕਰਦਾ ਹੈ। ਦਸ਼ਮੇਸ਼ ਪਾਤਸ਼ਾਹ ਜੀਆਂ ਦਾ ਜਦੋਂ ਅੰਮ੍ਰਿਤ ਸਾਡੇ ਅੰਦਰ ਜਾਂਦਾ ਹੈ ਨਾ, ਕਰੋੜਾਂ ਵਿਕਾਰਾਂ ਨੂੰ ਠੱਲ ਪਾਉਣ ਦੇ ਵਾਸਤੇ ਕਈ ਵਾਰੀ ਕੋਈ ਮੰਤਰ ਦਿੱਤੇ ਜਾਂਦੇ ਨੇ, ਪਰ ਐਸਾ ਅੰਮ੍ਰਿਤ ਹੈ ਲੱਖਾਂ ਜੂਨਾਂ ਦੇ ਵਿੱਚੋਂ ਬੰਦਾ ਨਿਕਲ ਕਰਕੇ ਆਇਆ ਹੋਵੇ, ਵਿਕਾਰ ਕਰਕੇ ਆਇਆ ਹੋਵੇ, ਪਰ ਜਦੋਂ ਅੰਮ੍ਰਿਤ ਦੀ ਦਾਤ ਅੰਦਰ ਜਾਂਦੀ ਹੈ ਸਾਰੇ ਵਿਕਾਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਬਚਨ ਆਉਂਦਾ ਹੈ ਸ਼ਸਤਰਾਂ ਦੇ ਵਾਸਤੇ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਜੋ ਕਰੇ ਨਿਤ ਜੰਗ। ਹੁਣ ਜੰਗ ਕਾਹਦੇ ਨਾਲ ਕਰਨੀ ਹੈ? ਇਹ ਥੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿਹਾ ਕਿ ਤੂੰ ਹਰ ਵੇਲੇ ਜੰਗ ਕਰੀ ਜਾ। ਜੰਗ ਕਰਨੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ, ਡਟ ਕਰਕੇ ਜ਼ੁਲਮ ਦਾ ਸਾਹਮਣਾ ਵੀ ਕਰਨਾ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ,
ਜ਼ਿਆਦਾਤਰ ਕਥਾ ਵਿਚਾਰਾਂ ਵੱਲੋਂ, ਕਥਾ ਵਾਚਕਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ 14 ਲੜਾਈਆਂ ਕੀਤੀਆਂ ਨੇ, ਜੰਗਾਂ ਕੀਤੀਆਂ ਨੇ, ਉਹਨਾਂ ਨੂੰ ਵਿਸਤਾਰ ਰੂਪ ਦੇ ਅੰਦਰ ਦੱਸਿਆ ਜਾਂਦਾ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਹ ਪ੍ਰਣ ਨਹੀਂ ਸੀ, ਇਹ ਜੀ ਨਹੀਂ ਸੀ ਕਰਦਾ ਕਿ ਜੰਗਾਂ ਉਹਨਾਂ ਨੇ ਲੜਨੀਆਂ ਨੇ ਜਾਂ ਸਿਰਫ ਉਹਨਾਂ ਜੰਗਾਂ ਤੱਕ ਹੀ ਸੀਮਤ ਰਹਿਣਾ। ਪਰ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਨਾ, ਜਿਹੜੇ ਜ਼ਾਲਮ ਨੇ ਉਹ ਆਪਣੀਆਂ ਹੱਦਾਂ ਪਾਰ ਕਰ ਦੇਣ, ਫਿਰ ਸਤਿਗੁਰੂ ਜੀਆਂ ਦਾ ਹੁਕਮ ਹੈ ਚੁੰਕਾਰ ਅੱਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਬੁਰਦੇ ਅਸਤਨ ਬਾ ਸ਼ਮਸ਼ੀਰ ਦਸਤ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਫਿਰ ਸ੍ਰੀ ਸਾਹਿਬ ਨੂੰ ਹੱਥ ਜਾਣਾ ਤੇਰਾ ਜਾਇਜ਼ ਹੈ, ਫਿਰ ਤੂੰ ਸ੍ਰੀ ਸਾਹਿਬ ਚੁੱਕ ਕਰਕੇ ਆਪਣੀ ਰੱਖਿਆ ਕਰ ਸਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਉੱਪਰ ਕਿਰਪਾ ਕਰਦੇ ਨੇ। ਤਬ ਇਮ ਭਨਿਓ ਗਰੀਬ ਨਿਵਾਜ ਸ਼ਸਤਰ ਕੇ ਅਧੀਨ ਹੈ ਰਾਜ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਹੁਕਮ ਹੈ ਕਿ ਸ਼ਸਤਰ ਹੀਨ ਨਾ ਕਬੂ ਹੋਈ, ਕਿ ਸ਼ਸਤਰ ਤੋਂ ਹੀਣੇ ਮਨੁੱਖ ਨੂੰ ਕਦੇ ਨਹੀਂ ਹੋਣਾ ਚਾਹੀਦਾ। ਕਦੇ ਵਾਸਤੇ ਵੀ ਸ਼ਸਤਰ ਜਿਹੜਾ ਆਪਣੇ ਨਾਲੋਂ ਤਿਆਗਣਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਸਿੱਖ ਜਿਹੜਾ ਹੈ ਸ਼ਸਤਰ ਧਾਰੀ ਹੋਣਾ ਚਾਹੀਦਾ ਹੈ, ਬਾਣੀ ਤੇ ਬਾਣੇ ਦੇ ਵਿੱਚ ਪ੍ਰਤੱਖ ਹੋਣਾ ਚਾਹੀਦਾ ਹੈ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਿੰਘ ਅਗਰ ਕੋਈ ਵੀ ਜ਼ੁਲਮ ਹੋਵੇ ਉਹਦੀ ਆਪ ਹਿਫਾਜ਼ਤ ਕਰਨ ਦੇ ਕਾਬਿਲ ਜਿਹੜਾ ਗੁਰੂ ਗੋਬਿੰਦ ਸਿੰਘ ਬਣਾ ਦਿੰਦਾ। ਐਸੀਆਂ ਬਖਸ਼ਿਸ਼ਾਂ ਪ੍ਰਮਾਤਮਾ ਵਾਹਿਗੁਰੂ ਜੀ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੀਆਂ ਵਡਿਆਈਆਂ ਕਰਦੇ ਨੇ ਸਾਡੇ ਜੀਵਾਂ ਦੇ ਉੱਪਰ। ਇੱਕ ਵਾਰੀ ਫਿਰ ਕਹਿ ਦਈਏ, ਭਾਵੇਂ ਲੱਖਾਂ ਵਾਰੀ ਕਹਿ ਦਈਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ। ਅੱਲਾ ਯਾਰਖਾਂ ਜੋਗੀ ਲਿਖਦਾ ਹੈ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਪੀ ਹੋ ਗੋਬਿੰਦ ਕੀ ਤਾਰੀਫ ਬਹੁ ਕਮ ਹੈ। ਜਿੰਨੀ ਮਰਜ਼ੀ ਵਡਿਆਈ ਕਰ ਲਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ, ਉਹ ਥੋੜੀ ਤੋਂ ਥੋੜੀ ਹੈ, ਉਹ ਬਹੁਤੀ ਤੋਂ ਬਹੁਤੀ ਨਹੀਂ, ਥੋੜੀ ਤੋਂ ਥੋੜੀ ਹੈ। क्योंकि उल्फत के जे जज्बे नहीं देखे कहीं हमने, है देखना एक बात सुने भी नहीं हमने। ऐसियां वडियाइयां दशमेश पातशाह गुरु गोबिंद सिंह साहिब जी साडे जीवां उपर करदे ने। सतगुरु कृपा करे, गुरु गोबिंद सिंह महाराज जी खालसे पंथ दी चढ़दी कला करन। ਅਸੀਂ ਸਾਰੇ ਬਾਣੀ ਬਣਬਾਣੇ ਦੇ ਪ੍ਰਪੱਖ ਹੋਈਏ, ਗੁਰੂ ਸਾਹਿਬ ਜੀਆਂ ਦਾ ਹੁਕਮ ਮੰਨ ਕਰਕੇ ਚੱਲੀਏ, ਖੰਡੇ ਬਾਟੇ ਦੀ ਪਹਾੜ ਨੂੰ ਧਾਰਨ ਕਰੀਏ। ਸਾਡੇ ਪ੍ਰਕਾਸ਼ ਪੁਰਬ ਮਨਾਇਆਂ ਦਾ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਕੋਈ ਨਾ ਕੋਈ ਗੁਰੂ ਦੀ ਸਿੱਖਿਆ ਜਿਹੜੀ ਹੈ ਆਪਣੇ ਉੱਪਰ ਧਾਰਨ ਕਰਨੀ ਹੈ। ਗੁਰੂ ਦੀ ਕੋਈ ਨਾ ਕੋਈ ਸਿੱਖਿਆ ਜਿਹੜੀ ਹੈ ਅਸੀਂ ਜ਼ਰੂਰ ਪ੍ਰਾਪਤ ਕਰੀਏ। ਸੋ ਸਤਿਗੁਰੂ ਜੀਆਂ ਦਾ ਇਹਨਾਂ ਇਤਿਹਾਸ ਵਾਚਦਿਆਂ ਹੋਇਆਂ, ਸਤਿਗੁਰੂ ਜੀਆਂ ਦੀ ਗੁਰਬਾਣੀ ਉਚਾਰਨ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਅਣਜਾਣ ਬੱਚੇ ਹਾਂ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਜਿੰਨੀ ਕੁ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਉਨੀ ਕੁ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਜੀਆਂ ਨੇ ਆਪਣੇ ਵਡਿਆਈ ਕੀਤੀ ਹੈ। ਆਓ ਹੁਣ ਬੜੇ ਪ੍ਰੇਮ ਸਤਿਕਾਰ ਦੇ ਨਾਲ ਅਖੀਰ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਸਿਮਰਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਪ੍ਰੇਮ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਅੰਦਰ ਸੀਸ ਨਿਵਾ ਕਰਕੇ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।